ਗੁਰੂ ਜੀਓ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨ ਆਈਆਂ। ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਬਿਲਾਵਲ ਮਹਿਲਾ ਪੰਜਵਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ। ਸੁਲਹੀ ਹੋਆ ਮੂਆ ਨਾਪਾਕ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾਪਾਕ। ਰਹਾਉ ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ। ਪੁੱਤਰ ਮੀਤ ਧਨ ਕਿਛੂ ਨਾ ਰਹਿਉਸ, ਛੋੜ ਗਿਆ ਸਭ ਭਾਈ ਸਾਕ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਪੁੱਤਰ ਮੀਤ ਧਨ ਕਿਛੂ ਨਾ ਰਹਿਉਸ, ਛੋੜ ਗਿਆ ਸਭ ਭਾਈ ਸਾਕ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅਤੇ ਪਾਵਨ ਸਰੂਪ ਵਿੱਚ 825 ਅੰਗ 'ਤੇ ਸੁਭਾਇਮਾਨ ਹੈ।
ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਿਆ ਹੋਇਆ ਪਵਿੱਤਰ ਸ਼ਬਦ, ਪਵਿੱਤਰ ਹੁਕਮਨਾਮਾ ਜੋ ਸਤਿਗੁਰਾਂ ਨੇ ਰਾਗ ਬਿਲਾਵਲ ਦੇ ਵਿੱਚ ਗਾਇਨ ਦੀ ਹਿਦਾਇਤ ਬਖਸ਼ਿਸ਼ ਕੀਤੀ ਹੈ, ਜੋ ਹਿਰਦੇ ਵਿੱਚ ਖੁਸ਼ੀ ਅਤੇ ਖੇੜਾ ਪੈਦਾ ਕਰਦਾ ਹੈ। ਸ਼ਬਦ ਦੇ ਭਾਵ ਉਸ ਪਰਮੇਸ਼ਰ 'ਤੇ ਭਰੋਸਾ ਪੈਦਾ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਨਜ਼ਰ ਆਉਂਦੇ ਆ। ਗੁਰੂ ਮਹਾਰਾਜ ਹੁਕਮਨਾਮੇ ਦੀ ਸ਼ੁਰੂਆਤ ਕਰਦੇ ਹਨ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਆ ਮੂਆ ਨਾ ਪਾਕ। ਰਹਾਓ। ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਯੁਗਾਂ ਤੋਂ ਰੱਖਦੇ ਆਏ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅੱਜ ਦੇ ਪਵਿੱਤਰ ਹੁਕਮਨਾਮੇ ਦਾ ਕੇਂਦਰਤ ਭਾਵ ਹੈ ਵੀ ਅਕਾਲ ਪੁਰਖ ਦੇ ਭਗਤਾਂ ਨੂੰ ਕੋਈ ਵੀ ਤੰਗ ਨਹੀਂ ਕਰ ਸਕਦਾ, ਉਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਦਾ। ਸਾਧ ਸੰਗਤ ਜੀ, ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਗੱਦੀ ਪ੍ਰਾਪਤ ਹੋਈ ਹੈ, ਗੁਰਗੱਦੀ ਦੀ ਬਖਸ਼ਿਸ਼ ਹੋਈ ਹੈ, ਇਹਨਾਂ ਦਾ ਵੱਡਾ ਭਰਾ ਪ੍ਰਿਥੀ ਚੰਦ, ਇਹਨੂੰ ਕਾਫੀ ਨਫ਼ਰਤ ਹੋਈ, ਕਾਫੀ ਪੀੜ ਹੋਈ ਵੀ ਮੇਰਾ ਛੋਟਾ ਭਰਾ ਗੁਰਗੱਦੀ ਦਾ ਵਾਰਸ ਬਣ ਗਿਆ। ਇਹਨੇ ਜਹਾਂਗੀਰ ਦਾ ਇੱਕ ਮੁਲਾਜ਼ਮ ਸੀ ਸੁਲਹੀ ਖਾਨ, ਉਹਦੇ ਨਾਲ ਗੱਲਬਾਤ ਕੀਤੀ ਤੇ ਸੁਲਹੀ ਖਾਨ ਨੂੰ ਕਿਹਾ ਵੀ ਤੂੰ ਦਿੱਲੀ ਤੋਂ ਆ ਕੇ ਅੰਮ੍ਰਿਤਸਰ ਗੁਰੂ ਮਹਾਰਾਜ ਨੂੰ ਤੰਗ ਕਰ, ਇਹਨਾਂ ਨੂੰ ਡਰਾ ਧਮਕਾ, ਤਾਂ ਕਿ ਇਹ ਅੰਮ੍ਰਿਤਸਰ ਛੱਡ ਕੇ ਚਲੇ ਜਾਣ ਤੇ ਗੱਦੀ ਮੈਂ ਸੰਭਾਲਾਂ। ਸੁਲਹੀ ਖਾਨ ਫੌਜ ਲੈ ਕੇ ਆਇਆ ਤੇ ਜੋ ਇਤਿਹਾਸ ਦੇ ਵਿੱਚ ਮੈਂ ਪੜ੍ਹਿਆ, ਸੁਲਹੀ ਖਾਨ ਪ੍ਰਿਥੀ ਚੰਦ ਦੇ ਘਰ ਠਹਿਰਿਆ। ਸਵੇਰ ਹੋਈ ਤੇ ਇਹਨੇ ਕਿਹਾ ਵੀ ਜਿਹੜਾ ਨਾਲ ਦਾ ਪੱਠਾ ਉਹਨੂੰ ਜਾ ਕੇ ਦੇਖੀਏ। ਘੋੜੇ ਤੇ ਸਵਾਰ ਸੀ ਤੇ ਮੋਢੇ ਤੇ ਇੱਕ ਕੁਹਾੜਾ ਚੁੱਕਿਆ ਸੀ। ਉਧਰ ਸੰਗਤਾਂ ਨੇ ਗੁਰੂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਕੁਛ ਹੈ, ਸੁਲਹੀ ਖਾਨ ਚੜ੍ਹ ਕੇ ਆ ਗਿਆ, ਕੁਛ ਨਾ ਕੁਛ ਕੀਤਾ ਜਾਏ। ਸੋ ਸੰਗਤਾਂ ਨੇ ਜੋ ਸੁਝਾਅ ਦਿੱਤੇ ਨੇ ਉਹ ਗੁਰਬਾਣੀ ਦੇ ਦਰਜ ਨੇ। ਆਸਾ ਮਹਿਲਾ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਸੰਗਤਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਪਹਿਲੇ ਆਪਾਂ ਇਹ ਸਲਾਹ ਕਰੀਏ ਵੀ ਉਹਨੂੰ ਇੱਕ ਚਿੱਠੀ ਭੇਜੀਏ, ਪੱਤਰੀ ਚਿੱਠੀ ਭੇਜ ਦਿਓ ਵੀ ਸੁਲਹੀ ਖਾਨ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਆ ਤੇ ਇਹ ਭਰਾਵਾਂ ਦਾ ਝਗੜਾ ਤੇ ਤੇਰਾ ਕੋਈ ਇਹਦਾ ਇੱਥੇ ਮਤਲਬ ਨਹੀਂ। ਇਹ ਸੰਗਤਾਂ ਦੀ ਇੱਕ ਬੇਨਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ। ਦੂਜੀ ਬੇਨਤੀ, ਦੁਤੀਆ ਮਤਾ ਦੋਏ ਮਾਨੁਕ ਪਹੁੰਚਾਵੋ। ਵੀ ਦੂਜੀ ਸਲਾਹ ਅਸੀਂ ਇਹ ਦਿੰਦੇ ਹਾਂ ਵੀ ਦੋ ਬੰਦੇ ਜਾ ਕੇ ਪ੍ਰਿਥੀ ਚੰਦ ਤੇ ਸੁਲਹੀ ਖਾਨ ਨਾਲ ਜਾ ਕੇ ਸਲਾਹ ਕਰ ਲੈਣ, ਤਾਂ ਕਿ ਇੱਥੇ ਜ਼ਿਆਦਾ ਖੂਨ ਖਰਾਬਾ ਨਾ ਹੋਏ। ਫਿਰ ਤੀਜੀ ਗੱਲ ਜਿਹੜੀ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਨਾਲ ਕੀਤੀ ਆ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮਹਾਰਾਜ ਜੇ ਗੱਲਾਂ ਮਨਜ਼ੂਰ ਨਹੀਂ, ਫਿਰ ਆਪਾਂ ਇੱਕ ਤੀਜੀ ਸਲਾਹ ਦਿੰਦੇ ਹਾਂ ਵੀ ਸਾਡੇ ਕੋਲ ਬਿਧੀ ਚੰਦ, ਭਾਈ ਬਿਧੀ ਚੰਦ ਵਰਗੇ ਬੜੇ ਜ਼ੋਰਾਵਰ ਸੂਰਮੇ ਨੇ, ਅਸੀਂ ਫੌਜ ਇਕੱਠੀ ਕਰਕੇ ਲੜੀਏ, ਕੋਈ ਉਪਾਅ ਕਰੀਏ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਰੀ ਗੱਲ ਨੂੰ ਸਮਝ ਕੇ ਅਕਾਲ ਪੁਰਖ ਮਹਾਰਾਜ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਆਪ ਹੀ ਸੁਲਹੀ ਖਾਨ ਨੂੰ ਸੰਭਾਲ ਲਓ। ਸੋ ਮਹਾਰਾਜ ਜਵਾਬ ਦਿੰਦੇ ਨੇ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਮੈਂ ਸਾਰੇ ਜਿਹੜੇ ਮਤੇ ਸੀ ਉਹਨਾਂ ਨੂੰ ਪਿੱਛੇ ਕਰਕੇ ਜੋ ਸਲਾਹ ਦਿੱਤੀ ਲੋਕਾਂ ਨੇ, ਮੈਂ ਮਾਲਕਾ ਤੈਨੂੰ ਯਾਦ ਕੀਤਾ ਤੇ ਮੈਨੂੰ ਗੱਲ ਦੀ ਸਮਝ ਆ ਗਈ ਆ ਵੀ ਸੁਲਹੀ ਖਾਨ ਆਪਣੇ ਆਪ ਹੀ ਵਾਹਿਗੁਰੂ ਨੇ
ਇਹਨੂੰ ਸਮੇਟ ਲੈਣਾ। ਸੋ ਅੱਜ ਦੇ ਪਵਿੱਤਰ ਹੁਕਮਨਾਮੇ ਦੇ ਵਿੱਚ ਜੋ ਵਾਪਰਿਆ ਉਹ ਸਤਿਗੁਰਾਂ ਨੇ ਸੰਗਤਾਂ ਨਾਲ ਸਾਂਝਾ ਕੀਤਾ। ਮੇਨ ਭਾਵ, ਕੇਂਦਰਤ ਭਾਵ ਵੀ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਭਗਤਾਂ ਦੀ ਜਦੋਂ ਦੇ ਯੁੱਗ ਬਣਿਆ ਉਦੋਂ ਦੀ ਰੱਖਿਆ ਕਰਦੇ ਆ ਰਹੇ ਨੇ। ਸੁਲਹੀ ਤੋਂ ਨਾਰਾਇਣ ਨੇ ਮੈਨੂੰ ਰੱਖ ਲਿਆ। ਸੁਲਹੀ ਤੇ ਨਾਰਾयण राख। सुलही का हाथ कहीं ना पहुँचा, सुलही हुआ होया, सुलही होए मुआ ना पाक। सुलही ने हथ पाने की कोशिश की, नुकसान पाने की कोशिश की, पर वह हथ नहीं पहुँचा। यह सुलही खान घोड़े ते चढ़ के अपने मोढे ते कुहाड़ा चुक के भट्ठे वाल गया तो कोई शोर होया तो घोड़ा जिहड़ा घबरा गया। घोड़े ने छाल मारती भट्ठे दे विच। सुलही खान घोड़ा वो सारे भट्ठे दे विच झुलस के मर गए, खाक बन गई। तो जिहड़ा इहदे कोल कुहाड़ा सी मोढे ते, उही कुहाड़े दे नाल सुलही खान दा सिर वड्ढिया गया। सो महाराज फरमांदे ने, सुलही नापाक होके मरिया। मुसलमान सी, मुसलमान अपने मृतक शरीर नूं साड़दे नहीं, वो दबाउंदे ने, पर मुसलमान होंदियां होइयां भी उहदा शरीर बचिया ही नहीं, अग लग के सड़ गया। नापाक तरीके दे नाल वो मर गया। ਇਹਦਾ ਦੂਜਾ ਭਾਵ ਵੀ ਹੈ, पाक मैंने पवित्र, ना पाक मैंने अपवित्र। बुरी सोचनी, अपनी बुरी सोचनी के कारण सुलही खान नूं वाहिगुरू जी ने साड़ दिता। ये तो साध संगत जी इस हुक्मनामे तो असी सिक्ख्या लैनी है। असी किसी का बुरा ना चितवीए, किसी का भी बुरा ना सोचो, क्योंकि अकाल पुरख वाहिगुरू के भाने के अंदर सारी सृष्टि चलती आ। जो सिक्खी का सिद्धांत है कि जे कोई चढ़ के आ जाए वह डट के मुकाबला करना, संत ते सिपाही का सिद्धांत। सो गुरु महाराज फरमान करते हैं, काड कुठार खसम सिर काटिया। कुठार मैंने कुहाड़ा, खसम ने मेरे मालक ने वो कुहाड़े दे नाल सुलही खान का सिर कट दिता। खिनमे होए गया है खाक। एक खिन दे विच सुलही खान सड़ के खाक हो गया। भगतां नूं तंग करन आया सी, गुरु महाराज नूं संगतां नूं नुकसान पहुंचाउण आया सी। मंदा चितवत चितवत पचिया। महाराज कहते भी होया क्यों? वो दूजियां दा मंदा चितवता सी, दूजियां दा बुरा मनाउंदा सी। फिर बुरा ही होया जिहदे करके वो गरक हो गया। जिन रचिया तिन दीना धाक। जिहड़े वाहिगुरू ने उन्होंने रचिया सी, उन्होंने बनाया सी, उही वाहिगुरू ने उन्होंने धक्का मार के भट्ठे दे विच पा के साड़ दिता। धाक दा भाव धक्का मारना। पुत्र मीत धन किछू ना रहे उस, छोड़ गया सब भाई साक। इनू बड़ा मान सी अपने पुत्रां ते, अपने मित्रां ते, अपने धन ते। जहांगीर दा मुलाजम सी, बहुत उच्चे ओहदे ते सी, धन बहुत सी। कहंदे कुछ भी नहीं रहा, नाल कुछ भी लैके नहीं गया। कहो नानक तिस प्रभ बलिहारी, जन का कीनो पूर्ण आक। गुरु महाराज कहते भी अपने दास का जिहड़ा वाक भाव शब्द सी, भी वाहिगुरू जी आप ही इनू समेट लैणगे, तुसीं चिंता ना करो। संगत जी चिंता ना करो, वाहिगुरू आप इनू समेट लैणगे।
ਦਰਬਾਰ ਸਾਹਿਬ ਤੱਕ ਪਹੁੰਚ ਵੀ ਨਹੀਂ ਸਕਦਾ। ਇਹ ਜਿਹੜਾ ਵਾਕ ਸੀ ਸਤਿਗੁਰਾਂ ਦਾ ਉਹ ਪੂਰਾ ਹੋ ਗਿਆ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਜੇ ਕੋਈ ਅਸਲ ਮਾਇਨਿਆਂ ਦੇ ਵਿੱਚ ਦਾਸ ਬਣ ਜਾਏ, ਜੋ ਜ਼ੁਬਾਨ ਚੋਂ ਨਿਕਲਦਾ ਉਹ ਪੂਰਨ ਹੋ ਜਾਂਦਾ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਗੁਰਬਾਣੀ ਪੜ੍ਹੋ ਸਾਧ ਸੰਗਤ ਜੀ। ਇੱਕ ਆਪ ਜੀ ਅੱਗੇ ਬੇਨਤੀ ਕਰਨੀ ਆ, 40 ਮੁਕਤਿਆਂ ਦੀ ਯਾਦ ਸਾਰਾ ਸਿੱਖ ਜਗਤ ਮਨਾ ਰਿਹਾ। ਜਪਜੀ ਸਾਹਿਬ ਦੇ 40 ਅੰਗ ਨੇ, 39 40। ਸਹੀ ਮਾਇਨਿਆਂ ਦੇ ਵਿੱਚ ਅਸੀਂ 40 ਮੁਕਤਿਆਂ ਦੀ ਯਾਦ ਮਨਾਉਣੀ ਹੈ ਤੇ ਅਸੀਂ ਮੁਕਤ ਹੋਣਾ। ਹਰ ਰੋਜ਼ ਇੱਕ ਪੌੜੀ ਦਾ ਪਾਠ ਕਰਕੇ ਉਹਦੇ ਭਾਵ ਨੂੰ ਸਮਝੋ। 40 ਦਿਨਾਂ ਦੇ ਵਿੱਚ ਸਾਰੀ ਜਪਜੀ ਸਾਹਿਬ ਦੀ ਬਾਣੀਆਂ 39 ਪੌੜੀਆਂ ਦਾ ਵਿਚਾਰ ਕਰਕੇ ਅਸੀਂ ਵੀ ਮੁਕਤ ਹੋ ਜਾਈਏ। ਉਹ 40 ਮੁਕਤੇ ਸੀ, ਅਸੀਂ ਵੀ ਮੁਕਤ ਹੋ ਜਾਈਏ। ਸਾਰੀ ਉਮਰ ਅਸੀਂ ਬਿਤਾ ਦਿੱਤੀ ਪਾਠ ਕਰਦਿਆਂ, ਪਰ ਅਸੀਂ ਅਰਦਾਸ ਕਰੀਏ ਮਹਾਰਾਜ ਜਿਹੜੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਅਸੀਂ 50 ਸਾਲ ਤੱਕ ਕਰਦੇ ਆਏ ਹਾਂ, ਇਹ 40 ਦਿਨਾਂ ਦੇ ਵਿੱਚ ਸਾਨੂੰ ਸਮਝਾ ਦਿਓ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਕੁਝ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। Today's ਹੁਕਮਨਾਮਾ is blessing from Sachkhand Sri Harmandir Sahib. ਧੰਨ ਧੰਨ Guru Arjan Dev Ji Maharaj has composed today's ਹੁਕਮਨਾਮਾ. And today's ਹੁਕਮਨਾਮਾ reveals the historic event. Guru Maharaj has composed today's ਹੁਕਮਨਾਮਾ in Rag Bilawal, which creates the cheerful mood. A sense of the Shabad creates the 100% faith in the power and protection of Almighty Vaheguru. Hukamnama is placed in Dhan Dhan Shri Guru Granth Sahib Ji Maharaj on Ang 825. So Guru Maharaj begins the Hukamnama with beautiful words, Sulhi te Narayan Rakh. Almighty Lord has protected me from the hands of Sulhi Khan. Now we need to understand the history to be able to understand the essence of the Hukamnama. When Guru Arjan Dev Ji Maharaj was blessed with the seva and service of Guruship by Dhan Dhan Guru Ramdas Ji Maharaj, his father and the fourth Satguru, Guru Ramdas Ji's older son, Guru Arjan Dev Ji Maharaj's older brother, Baba Prithi Chand, he felt very jealous and left out. Baba Prithi Chand engaged Sulhi Khan, who used to work for Jahangir, who was the ruler of the time, based in Delhi. Baba Prithi Chand wanted Sulhi Khan to come to Amritsar and make Guru Arjan Dev Ji Maharaj and Sangat leave Amritsar. So he could become the Guru or declare himself the next Guru. When Sulhi Khan was coming from Delhi to Amritsar, Sangat approached Guru Arjan Dev Ji Maharaj. In another Hukamnama in Asa Rag, Sangat advises Guru Arjan Dev Ji Maharaj that we must do something to avoid the. So first advice from the Sangat to Dhan Dhan Guru Arjan Dev Ji Maharaj was, Prathame Mata Patri Chalamo. Guru Arjan Dev Ji Maharaj, at the moment, Sulhi Khan is staying with Prithi Chand. So what we should do is write a patri, write a letter of reconciliation.
that we don't want to fight, please don't cause any trouble here. Guru Arjan Dev Ji Maharaj said, what is the next advice? So Sangat presented Guru Arjan Dev Ji Maharaj with next suggestion. Dutiye mata doe manuk pahunchavyo. Second advice is that we should send 2 people there to diffuse the situation. And the third suggestion is that if you don't want to do that, Guru Maharaj, we should do something. We have great warriors like Bhai Bidhi Chand ji and the other Gursikhs. We will fight against Sulhi Khan. Guru Arjan Dev Ji Maharaj at that time said, we don't want to do anything because I have prayed to Vaheguru and Vaheguru is going to resolve all this situation. So Guru Maharaj says in the Shabad, मैं सब किछ छोड़ प्रभ तुही ते आया. I'm not going to accept any of the advice, but I have prayed to Vaheguru to finish off Sulhi Khan. So in today's Hukamnama, Guru Maharaj describes that event. Sulhi Khan wakes up early in the morning, rides his horse. He had an axe on his shoulder. Suddenly there was a noise and the horse was frightened. Horse started running around madly and went into one of the brick kiln. There was a red hot fire, the oven in which Sulhi Khan fell along with the horse. The axe which Sulhi Khan was carrying on his shoulder cut his own throat. So Guru Maharaj describes, Sulhi ka haath kahin na pahuncha. Sulhi died. And Sulhi wanted to harm the Sangat, harm Shri Harmandir Sahib. But his hand could not even reach there. He could not even come near Harmandir Sahib. Sulhi hoa mua na pak. Sulhi Khan was killed by Vaheguru in a very bad manner. Na pak. Pak means pure. Na pak means very evil way. Why is that? The Muslims normally bury the dead bodies. But Sulhi Khan was burned to ashes in the fire. He had no body left. There was no body to perform the last rites. So he died a very horrible death. Rahav. काड कुठार खसम सिर काटिया खिन में होए गया है खाक. Kuthar means axe. Khasam means the master. Lord and master cut Sulhi Khan's head with the axe. And Sulhi Khan became khak, the ashes. Manda chitvat pachya jin rachya tin dina tak. Tak means takka marna, to push. Almighty Lord, who created Sulhi Khan, himself pushed Sulhi Khan into the fire. Why? Manda chitvat pachya. Pachya means ruined. Manda means evil. Chitvat means thoughts. Because Sulhi Khan had the evil thoughts, he died nasty death. He was ruined. So there is a lesson for us. Satsang ji, always wish well for others. Kabir Sahib has given us the amazing revelation. We walk on the ground. We walk over the dust. Kabir Sahib advises us to respect the dust. Because the same dust which is under the feet
We are walking on that dust. One day, that dust will cover the dead body. कबीर खाक ना दिंदी है, खाकू जेड़ ना कोए, जीवतियां पैरां तले मूयां ऊपर होए. Same dust which is under the feet is going to protect your bodies from the birds and the animals and cover you. So you don't know people you think are bad people, people you think are not very holy, they might save you one day. So never ever insult anyone. So that is the message, one of the key messages in Gurbani, in today's Hukamnama. Sulhi Khan, he was very proud of his family, his sons, because he was holding a very high position in the rule of Jahangir. He had a lot of money. So Guru Maharaj reveals all his pride was shattered. Putra means children, sons, daughters. Meet, friends, tan kich na rahyos. None of the things he was proud of, he could take with himself. Chhod gaya sab bhai sahak. He left his brothers behind. He left his saak. Saak means relatives. No one could help him. Koho Nanak tis prabh balihari, jin jan ka kino puran vaak. Vaak means words, like we say mukh vaak, the words which come from the mouth. The other word for mukh vaak is hukam nama. Hukam means order, nama means letter. So message, the letter containing Guru's message. Mukh vaak, Guru's words. So Vaheguru listened to the prayer of his servants. I'm sacrificed to that Vaheguru. Koho Nanak tis prabh balihari. I'm sacrificed to that Vaheguru. Jin janka kino puran vaak. Puran means accomplish, fulfilled. Vaheguru fulfilled the prayer of his humble servants. Satsanga ji, so that's the key message. When we become humble servants of Vaheguru, no one can even touch the shadow of his servants. Guru Maharaj has revealed in Benti Chopai Bani, Dost chha chwe sake na koi. Evil people can't even touch the chha, the shadow of his humble servant. Ek baar jin tumhe sambhara, kaal faaste tayo bhara. Those who remember you once with 100% devotion, leaving aside the attachment to the material, they are taken out of the death and birth cycle. Amazing. It's so easy, but it's so difficult to practice. Satsanga ji, Guru Maharaj reveals in the Bani, Jo mange Thakur apne te, soi deva. Whatever you ask from your Lord and Master, you are going to receive it. Nanak Das mukh tejo bola, iha uha sach hova. If the humble servant prays to Vaheguru and Vaheguru listens to the prayer and fulfills all the desires. That's the essence of the Hukamnama today. So we need to be true devotees of Vaheguru. One request to all the Sangha. We are remembering the Chali Mukte, 40 liberated ones, who came back to Dhan Dhan Guru Gobind Singh Ji Maharaj to liberate themselves from the clutches of attachment, moho to the parvar, the family. Japji Sahib's Bani
contains 39 parts, including the slok, total 40 parts. Make a vow today. Promise yourself for next 40 days, every day you are going to study, understand the Podi of Japji Sahib Bani. In 40 days, once you have understand the Gurbani of Japji Sahib, with Vaheguru's Kirpa, hopefully you will be liberated. ਅਸੀਂ ਵੀ ਮੁਕਤ ਹੋ ਜਾਵਾਂਗੇ। So that's the ਬੇਨਤੀ। ਕੀਪ ਇਨ ਚੜ੍ਹਦੀ ਕਲਾ, ਪਿਆਰ ਨਾਲ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।